ਸਤਿ ਸ਼੍ਰੀ ਅਕਾਲ। ਮੈਂ ਚੰਦਰ ਸਿੰਘ ਖਹਿਰਾ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਿਗਾਹ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਬਣਾਈਆਂ ਜਾਣਗੀਆਂ ਵੱਡੀਆਂ ਕੰਪਨੀਆਂ, ਸੀਐਮ ਮਾਨ ਨੇ ਕੀਤਾ ਵੱਡਾ ਐਲਾਨ। ਪੰਜਾਬ ਦੇ ਕਸਟਮ ਵਿਭਾਗ ਨੂੰ ਮਿਲੀ ਵੱਡੀ ਸਫਲਤਾ। ਅਫਗਾਨਿਸਤਾਨ ਤੋਂ ਭਾਰਤ ਆਏ ਟਰੱਕ 'ਚੋਂ 700 ਕਰੋੜ ਦੀ ਹੈਰੋਇਨ ਬਰਾਮਦ। ਅਗਲੇ ਮਹੀਨੇ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ, ਫੌਜ ਨੇ ਰਸਤੇ 'ਚ ਬਰਫ਼ ਹਟਾਈ। ਨਵਜੋਤ ਸਿੰਘ ਸਿੱਧੂ ਦੀ ਭਗਵੰਤ ਮਾਨ ਨੂੰ ਚੁਣੌਤੀ, ਕਿਹਾ ਪੰਜਾਬ ਦੇ ਮਸਲਿਆਂ ਤੇ ਬਹਿਸ ਕਰਨ ਲਈ ਹਾਂ ਮੈਂ ਤਿਆਰ, ਸਮਾਂ ਤੇ ਜਗ੍ਹਾ ਦੱਸੋ। ਕੈਨੇਡਾ ਤੋਂ ਪੰਜਾਬ ਗਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ। ਸੀਐਮ ਮਾਨ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਤੇ ਮਾਡਲ ਸਕੂਲ ਦਾ ਕੀਤਾ ਦੌਰਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਦੇ ਯਤਨ ਕੀਤੇ ਜਾ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਜਾ ਰਹੀ ਪੰਜਾਬ ਦੀ ਨੌਜਵਾਨੀ ਹੁਣ ਸੂਬੇ ਦੇ ਵਿੱਚ ਹੀ ਰੱਖਿਆ ਜਾਵੇਗਾ ਤੇ ਇਸ ਲਈ ਸਰਕਾਰ ਯਤਨਸ਼ੀਲ ਵੀ ਹੈ। ਇਸ ਦੇ ਚੱਲਦੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਤੇ ਵਧੀਆ ਮੌਕੇ ਪੈਦਾ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਸਾਡੇ ਨੌਜਵਾਨਾਂ 'ਚ ਬਹੁਤ ਹੁਨਰ ਹੈ, ਨੌਜਵਾਨਾਂ ਦੀ ਇੱਕ ਸ਼ਕਤੀ ਅਤੇ ਉਤਸ਼ਾਹ ਦੀ ਵਰਤੋਂ ਕਰਾਂਗੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਲਈ ਇੰਡਸਟਰੀਜ਼ ਤੇ ਮਲਟੀਨੈਸ਼ਨਲ ਕੰਪਨੀਆਂ ਬੁਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਡਿਗਰੀਆਂ ਮੁਤਾਬਕ ਕੰਮ ਮਿਲੇ ਤਾਂ ਕੋਈ ਵੀ ਪੰਜਾਬ ਵਰਗੀ ਪਵਿੱਤਰ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਨੂੰ ਨਹੀਂ ਜਾਵੇਗਾ। ਲੋੜ ਹੈ ਯੂਥ ਦੀ એનર્ਜੀ ਨੂੰ ਯੂਟਿਲਾਈਜ਼ ਕਰਨ ਦੀ। ਪੰਜਾਬ ਦਾ ਯੂਥ ਬਹੁਤ ਟੈਲੈਂਟਡ ਹੈ, ਪਰ ਮਾਹੌਲ ਕੁਛ ਇਦਾਂ ਦਾ ਸੀਗਾ ਪਿਛਲੀਆਂ ਸਰਕਾਰਾਂ ਕਰਕੇ, ਮਤਲਬ ਅਸੀਂ ਆਈਲੈਟਸ ਨੂੰ ਵੀ ਡਿਗਰੀ ਸਮਝਣ ਲੱਗ ਗਏ, ਜਿਹੜਾ ਕਿ ਇੱਕ ਛੋਟਾ ਜਿਹਾ ਇੰਗਲਿਸ਼ ਦਾ ਟੈਸਟ ਹੈ। +2 ਕਰਕੇ ਚਲੋ 7 ਬੈਂਡ, 7.5 ਬੈਂਡ, 8 ਬੈਂਡ, ਚਲੋ ਜੀ ਕੈਨੇਡਾ, ਆਸਟ੍ਰੇਲੀਆ। ਤੁਸੀਂ ਕਿਸੇ ਸਟੇਟ ਦਾ ਇਕਨੋਮਿਕ ਹਾਲ ਦੇਖਣਾ ਹੈ ਤਾਂ ਉਸ ਸਟੇਟ ਦੀਆਂ ਅਖਬਾਰਾਂ ਦੇ ਮੈਟਰੀਮੋਨੀਅਲ ਪੜ੍ਹ ਲਓ, ਉੱਥੋਂ ਪਤਾ ਲੱਗ ਜਾਂਦਾ। ਹੁਣ ਆਪਣੇ ਮੈਟਰੀਮੋਨੀਅਲ ਕੀ ਨੇ? 7.5 ਬੈਂਡ ਲੜਕੇ ਲਈ ਘੱਟੋ ਘੱਟ 8 ਬੈਂਡ ਕੁੜੀ ਚਾਹੀਦੀ ਹੈ। ਕਾਰਨ ਉਹਦੇ 'ਚ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ, ਮੈਂ ਕਸੂਰ ਮੰਨਦਾ ਸਿਸਟਮ ਦਾ। ਕਿਉਂ ਜਾਣਾ ਪੈ ਰਿਹਾ ਬਾਹਰ? ਇੱਥੇ ਕੰਮ ਮਿਲ ਜੇ, ਕਿਉਂ ਅਸੀਂ ਉੱਥੇ ਜਾਈਏ? ਬਗਾਨਾ ਮੁਲਕ ਹੈ, ਮੌਸਮ ਸਾਡੇ ਅਨੁਕੂਲ ਨਹੀਂ, ਬੋਲੀ ਸਾਡੇ ਅਨੁਕੂਲ ਨਹੀਂ, ਕਿਉਂ ਜਾਣਾ ਪੈ ਰਿਹਾ ਜੇ ਇੱਥੇ ਕੰਮ ਮਿਲ ਜੇ? ਅਸੀਂ ਆਪਣੇ ਪਰਿਵਾਰ 'ਚ ਜਾ ਕੇ ਰੋਟੀ ਖਾਈਏ ਘਰੇ ਸ਼ਾਮ ਨੂੰ। ਔਰ ਜਿਹੜੀ ਬੇਰੁਜ਼ਗਾਰੀ ਹੈ ਸਾਰੀਆਂ ਅਲਾਮਤਾਂ ਦੀ ਜੜ ਹੈ। ਨੌਕਰੀ ਮਿਲ ਜੇ, ਕਈ ਗੱਲਾਂ ਹੱਲ ਹੋ ਜਾਣਗੀਆਂ। ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ, ਕਿਸੇ ਰਿਸ਼ਤੇਦਾਰੀ 'ਚ, ਕਿਸੇ ਦੋਸਤ ਮਿੱਤਰ, ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਡਰੱਗ ਵੀ ਲੈਂਦਾ ਹੋਵੇ? ਹੋ ਨਹੀਂ ਸਕਦਾ, ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ। ਉਹਦਾ ਆਊਗਾ ਥੱਕ ਹਾਰ ਕੇ ਬੱਚਿਆਂ ਨਾਲ ਖੇਡ ਲੂਗਾ, ਨਹਾ ਕੇ ਸੌਂ ਜਾਊਗਾ, ਅਗਲੇ ਦਿਨ ਫਿਰ ਜਾਣਾ ਕੰਮ 'ਤੇ। ਤੇ ਵਿਹਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ, ਉਹ ਫਿਰ ਇੱਧਰ ਉੱਧਰ ਭਟਕਦੇ ਨੇ। ਸੋ ਇਹ ਭਟਕਾਹਟ ਜਿਹੜੀ ਹੈ ਉਹਨੂੰ ਕਾਬੂ 'ਚ ਕਰਾਂਗੇ। ਇੰਡਸਟਰੀ ਲੈ ਕੇ ਆਵਾਂਗੇ, ਇੱਥੇ ਮਲਟੀਨੈਸ਼ਨਲ ਕੰਪਨੀਆਂ ਇੱਥੇ ਬੁਲਾਵਾਂਗੇ। ਸੋ ਡਿਗਰੀ ਮੁਤਾਬਕ ਕੰਮ ਮਿਲੇ, ਕੋਈ ਵੀ ਬੰਦਾ ਪੰਜਾਬ ਵਰਗੀ ਪਵਿੱਤਰ ਧਰਤੀ ਨੂੰ ਛੱਡ ਕੇ ਜਾਣ ਦੀ ਸੋਚੂਗਾ ਨਹੀਂ। ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਹੈ, ਗੁਰੂ ਨਾਨਕ ਸਾਹਿਬ ਦੀ ਧਰਤੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਇਸ ਧਰਤੀ ਨੂੰ ਛੱਡ ਕੇ ਨਹੀਂ ਜਾਣਾ। ਕਸਟਮ ਅਧਿਕਾਰੀਆਂ ਨੇ 700 ਕਰੋੜ ਰੁਪਏ ਦੀ 102 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਹੈਰੋਇਨ ਕਸਟਮ ਅਧਿਕਾਰੀਆਂ ਨੇ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਤੋਂ ਜ਼ਬਤ ਕੀਤੀ ਹੈ। 102 ਕਿਲੋ ਹੈਰੋਇਨ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਗਏ ਮੁਲੇਥੀ ਤੇ ਸਟਾਕ ਦੇ ਵਿੱਚ ਛੁਪਾ ਕੇ ਰੱਖੀ ਗਈ ਹੋਈ ਸੀ। ਇੰਟੀਗ੍ਰੇਟਿਡ ਚੈੱਕ ਪੋਸਟ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਲ ਭਾਰਤ ਦੇ ਵਪਾਰ ਨੂੰ ਸੌਖਾ ਬਣਾਉਂਦਾ ਹੈ। ਕਸਟਮ ਵਿਭਾਗ ਅਨੁਸਾਰ ਸ਼ਰਾਬ ਦੀ ਖੇਪ ਦੀ ਐਕਸ-ਰੇ ਸਕੈਨਿੰਗ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਤਾ ਲੱਗਾ। ਲੱਕੜ ਦੇ ਲੌਂਗਾਂ ਦੀ ਖੇਪ ਦੇ ਵਿੱਚ ਕੁਝ ਅਨਿਯਮਿਤ ਧੱਬੇ ਹੋਣ ਦਾ ਸ਼ੱਕ ਹੋਣ ਤੋਂ ਬਾਅਦ ਕਸਟਮ ਕਰਮਚਾਰੀਆਂ ਨੇ ਬੈਗਾਂ ਨੂੰ ਖੋਲ੍ਹਿਆ ਅਤੇ ਦੇਖਿਆ ਕਿ ਕੁਝ ਥੈਲਿਆਂ ਦੇ ਵਿੱਚ ਲੱਕੜ ਦੇ ਛੋਟੇ ਬੇਲਨਕਾਰ ਦੇ ਲੱਕੜ ਦੇ ਲੱਠੇ ਸਨ, ਪਰ ਇਹ ਸ਼ਰਾਬ ਨਹੀਂ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਅਜਿਹੇ ਲੱਕੜ ਦੇ ਲੱਠਿਆਂ ਦਾ ਕੁੱਲ ਵਜ਼ਨ 475 ਕਿਲੋ ਹੈ, ਜਿਸ ਵਿੱਚੋਂ 102 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਲਗਭਗ 700 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਭਾਰਤ ਲਿਆਂਦੀ ਗਈ ਸੀ। ਧਿਆਨਯੋਗ ਹੈ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਨਸ਼ਿਆਂ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਹੋਈ ਹੈ। ਇਸ ਦੇ ਬਾਵਜੂਦ ਹਰ ਰੋਜ਼ ਕਈ ਨੌਜਵਾਨ ਨਸ਼ਿਆਂ ਦੀ ओवरडोज ਕਾਰਨ मर रहे हैं। कल दोपहर में हमारा एक एग्जामिनेशन शुरू हुआ था आईसीपी अटारी में, जिसमें लिकरस रूट ये डिक्लेयर्ड आइटम था। वो होता है मुलेठी जिसको हम बोलते हैं। तो वो एग्जामिन करते वक्त हमने जब एक्सरे मशीन में रखा तो उसमें इरेगुलर इमेजेस आए थे। तो बेस्ड ऑन दैट, उसके बेसिस पे हमने वो 100% एग्जामिनेशन पे किया। तो हमने पाया कि उसमें ऐसे कुछ पीसेस है जो मिक्स हुए हैं मेन मुलेठी के कंसाइनमेंट में। तो ऐसे पीसेस हमने सेपरेट किए, सेग्रीगेट किए, और फिर वो ऑफिस में जाके वो ये ऐसा इसमें कैविटी बनी हुई थी, कैविटी के अंदर था,
तो सारा इंडिविजुअल ब्रेक करके तोड़ के हमें वो निकालना पड़ा। तो मुलेठी का ये ऐसे वुडन लॉग्स लगभग 485 किलोग्राम के लॉग्स थे। वो हमने पूरी रात भर ऑलमोस्ट चल के, बहुत लंबा टाइम लगा बिकॉज इंडिविजुअली एक एक करके तोड़ना पड़ रहा था। तो वो करके आज हमने वो कंप्लीट किया प्रोसीजर। तो उसमें 102 किलो का सस्पेक्टेड मटेरियल मिला है। वो जो मटेरियल है हमने ड्रग डिटेक्शन किट से उसको टेस्टिंग किया, हमने भी किया, बीएसएफ ने भी किया, और दोनों में वो हेरोइन के लिए पॉजिटिव पाया गया है। तो इसकी जांच के लिए हम वो आगे लेबोरेटरी भेजेंगे। बट इन द मीन टाइम हमने वो सारा सीज करके यहाँ लाया है। हम आपको फोटोग्राफ इसके थोड़ी देर में दे देंगे। मैं एक प्रेस नोट भी लाया हूँ, वो भी आपके साथ शेयर करूँगा, उस पर थोड़े फोटोग्राफ्स भी। ਭਾਰਤੀ ਫੌਜ ਅਤੇ ਗੁਰਦੁਆਰਾ ਟਰਸਟ ਹੇਮਕੁੰਟ ਸਾਹਿਬ ਦੇ ਵੱਲੋਂ ਹੇਮਕੁੰਟ ਸਾਹਿਬ ਤੱਕ ਬਰਫ਼ ਹਟਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਐਤਵਾਰ ਨੂੰ ਗੜਵਾਲ ਹਿਮਾਲਿਆ 'ਚ 15,200 ਫੁੱਟ ਦੀ ਉਚਾਈ ਤੇ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਦੇ ਲਈ ਬਰਫ਼ ਹਟਾ ਕੇ ਰਸਤਾ ਸਾਫ਼ ਕਰ ਦਿੱਤਾ। 2 ਸਾਲਾਂ ਤੋਂ ਕੋਰੋਨਾ ਦੇ ਦੌਰ ਵਿੱਚ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਰੁਕ ਗਈ ਸੀ, ਪਰ ਇਸ ਸਾਲ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਸਿੱਖ ਸ਼ਰਧਾਲੂਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ। ਗੁਰਦੁਆਰਾ ਕਮੇਟੀ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਤਾਂ ਜੋ ਯਾਤਰੀਆਂ ਨੂੰ ਯਾਤਰਾ ਦੌਰਾਨ ਕਿਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਫੌਜ ਦੀ ਮਦਦ ਦੇ ਨਾਲ ਕਰੀਬ 4 ਕਿਲੋਮੀਟਰ ਤੱਕ ਵਾਕਵੇ ਤੋਂ 7 ਤੋਂ 8 ਫੁੱਟ ਤੱਕ ਬਰਫ਼ ਨੂੰ ਸਾਫ਼ ਕੀਤਾ ਗਿਆ। ਭਾਰਤੀ ਫੌਜ ਦੇ ਜਵਾਨਾਂ ਨੇ 8 ਤੋਂ 9 ਫੁੱਟ ਵੱਡੇ ਗਲੇਸ਼ੀਅਰ ਨੂੰ ਕੱਟ ਕੇ ਉਹਨਾਂ ਵਿਚਕਾਰ ਰਸਤਾ ਤਿਆਰ ਕਰ ਦਿੱਤਾ ਹੈ। ਭਾਰਤੀ ਫੌਜ ਹਮੇਸ਼ਾ ਰਾਹ ਖੋਲ੍ਹਣ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੀ ਹੈ। ਹੇਮਕੁੰਟ ਸਾਹਿਬ ਗੁਰਦੁਆਰੇ ਤੱਕ 18 ਕਿਲੋਮੀਟਰ ਦੀ ਔਖੀ ਯਾਤਰਾ ਗੋਬਿੰਦ ਘਾਟ ਤੋਂ ਸ਼ੁਰੂ ਹੁੰਦੀ ਹੈ। ਪਹਿਲਾ ਜਥਾ 19 ਮਈ ਨੂੰ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਆਰਥਿਕ ਸੰਕਟ ਦੇ ਵਿੱਚੋਂ ਕੱਢਣ ਦੀ ਬਜਾਏ ਹੋਰ ਘੁੰਮਣ ਘੇਰੀਆਂ ਦੇ ਵਿੱਚ ਫਸਾ ਰਹੀ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਪਿਛਲੇ ਸਮੇਂ ਦੇ ਵਿੱਚ ਆਮਦਨ ਵਧਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਸਨ, ਪਰ ਇਹਨਾਂ ਦੇ ਵਿੱਚੋਂ ਇੱਕ ਵੀ ਗੱਲ ਨੂੰ ਬੂਰ ਨਹੀਂ ਚੜਾਇਆ ਗਿਆ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਦੇ ਮਸਲਿਆਂ ਤੇ ਬਹਿਸ ਕਰਨ ਦੇ ਲਈ ਤਿਆਰ ਹਨ। ਸਮਾਂ ਅਤੇ ਜਗ੍ਹਾ ਤੈਅ ਕੀਤੀ ਜਾਵੇ। ਨਵਜੋਤ ਸਿੰਘ ਸਿੱਧੂ ਅੱਜ ਰਾਜਪੁਰਾ ਵਿਖੇ ਸਥਿਤ ਨਾਭਾ ਪਾਵਰ ਪਲਾਂਟ ਦੇ ਬਾਹਰ ਧਰਨਾ ਦੇਣ ਦੇ ਲਈ ਪਹੁੰਚੇ ਸਨ। ਸਿੱਧੂ ਨੇ ਆਪ ਸਰਕਾਰ ਨੂੰ ਬਿਜਲੀ ਅਤੇ ਨੌਕਰੀਆਂ ਦੇ ਮਾਮਲੇ ਤੇ ਸਵਾਲ ਕੀਤੇ ਨੇ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਕੁਦਰਤ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਮੁਫਤ ਬਿਜਲੀ ਦੇਣ ਦਾ ਤਾਂ ਦੂਰ, ਉਹਨਾਂ ਲੋਕਾਂ ਨੂੰ ਪੂਰੀ ਬਿਜਲੀ ਵੀ ਮੁਹੱਈਆ ਕਰਵਾਈ ਨਹੀਂ ਜਾ ਰਹੀ। ਸਿੱਧੂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਗਲਤ ਬਿਜਲੀ ਖਰੀਦ ਸਮਝੌਤੇ ਕਰਕੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਾਂਗਰਸ ਸਰਕਾਰ ਨੇ ਇਹਨਾਂ ਸਮਝੌਤਿਆਂ ਸੰਬੰਧੀ ਵਾਈਟ ਪੇਪਰ ਵੀ ਪੇਸ਼ ਕੀਤਾ ਸੀ, ਪਰ ਕਾਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਸਲੇ ਨੂੰ ਠੰਡਾ ਕਰ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ ਮਹਿੰਗੇ ਬਿਜਲੀ ਸਮਝੌਤੇ ਦੀ ਜਗ੍ਹਾ ਤੇ ਛੋਟੇ ਖਰੀਦ ਸਮਝੌਤੇ ਹੋਣੇ ਚਾਹੀਦੇ ਨੇ, ਜਿਸ ਤਹਿਤ ਗਰਮੀ ਦੇ ਮੌਸਮ 'ਚ ਲੋਡ ਪੈਣ ਤੇ ਸਸਤੀ ਬਿਜਲੀ ਖਰੀਦੀ ਜਾ ਸਕੇ। ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ। ਤੇਰੇ ਘਰ ਦੇ ਬਾਹਰ ਬੈਠੇ ਨੇ ਧਰਨਾ ਲਾ ਕੇ, ਉਹਨਾਂ ਦੇ ਕੋਲ ਵੀ ਜਾਊਂ, ਠੋਕ ਕੇ ਮਾਰੋ ਤੁਹਾਡੀ ਜਾਊਂ ਉਹਨਾਂ ਕੋਲ। ਉੱਥੇ ਆ ਖੜਾ ਨਵਜੋਤ ਸਿੰਘ ਸਿੱਧੂ, ਲੈ ਹੁਣ ਆ ਤੂੰ ਬਹਿਸ ਕਰ। ਉਹ ਕਹਿੰਦਾ ਇਹਨੇ ਜਿੱਦੂ ਕਿ ਆਗੂ ਮੈਂ ਕਹਿੰਦਾ ਬਹਿਸ ਕਰ ਲੋ। ਆ ਲੈ ਕਰ ਬਹਿਸ, ਕਿੱਥੇ ਮਰਦੀ ਰੱਖ ਬਹਿਸ। ਤੇ ਦੱਸ ਤੂੰ ਪੈਸੇ ਕਿੱਥੋਂ ਲਿਆਏਗਾ? ਪੱਲੇ ਫੁੱਟੀ ਕੌੜੀ ਨਹੀਂ, ਨਾਮ ਕਰੋੜੀ ਮੱਲ। ਤੁਰਨ ਦੀ ਤਾਕਤ ਨਹੀਂ, ਨਾਮ ਮਜ਼ਬੂਤ ਖਾਨ। ਇਹ ਪੀਪੀਏ ਜਦੋਂ ਸਾਈਨ ਹੋਏ ਸੀ ਵੀਰੋ, ਅਸੀਂ ਵਾਈਟ ਪੇਪਰ ਇਸ਼ੂ ਕੀਤਾ ਸਰਕਾਰ ਦੇ ਖਿਲਾਫ। ਵਾਈਟ ਪੇਪਰ ਉਹਨੇ ਕਿਹਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਕੰਬਲ ਪਾ ਕੇ ਲੁਕਾਉਂਦਾ ਰਿਹਾ, ਬਾਦਲਾਂ ਨੇ 2-2 ਰੁਪਏ ਦੀ ਬਿਜਲੀ 17 ਰੁਪਏ ਦੇ ਵਿੱਚ ਖਰੀਦਣ ਦੇ ਕੰਟਰੈਕਟ ਕਰ ਲਏ। ਜਿਹੜੀ ਜ਼ਮੀਨ ਪੰਜਾਬ ਦੀ ਸੀ ਉਹ BOT ਬੇਸ ਦੇ ਉੱਤੇ ਵੀ ਬਣਾਓ, ਆਪਰੇਟ ਕਰੋ ਤੇ ਫਿਰ ਵਾਪਸ ਉਹ ਸਰਕਾਰ ਨੂੰ ਵਾਪਸ ਆ ਜਾਂਦੀ ਹੈ। ਉਹਦੇ ਜੋ ਟੀ ਕੱਟ ਕੇ ਵੱਡੀਆਂ ਕੰਪਨੀਆਂ ਨੂੰ ਦੇਦੀ ਜ਼ਮੀਨ 3-4 ਏਕੜ, ਖਰਬਾਂ ਰੁਪਏ ਦੀ ਜ਼ਮੀਨ। ਬੀਤੀ ਦੇਰ ਰਾਤ ਕਰੀਬ 1 ਵਜੇ ਸਥਾਨਕ ਸ਼ਹਿਰ ਦੇ ਵਿੱਚ ਕਾਰ ਸਵਾਰ ਕੈਨੇਡਾ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਿਟੀ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਰਨ ਵਾਲਾ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਜਤਿੰਦਰਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸੁਹਾਵਾ, ਜ਼ਿਲ੍ਹਾ ਤਰਨਤਾਰਨ, ਕੈਨੇਡਾ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਪੁੱਜਾ ਸੀ। ਬੀਤੀ ਰਾਤ ਜਤਿੰਦਰਪਾਲ ਸਿੰਘ ਆਪਣੇ ਦੋਸਤਾਂ ਦੇ ਨਾਲ ਤਰਨਤਾਰਨ ਸ਼ਹਿਰ ਦੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਲਈ ਆਇਆ ਸੀ।
ਕਰੀਬ 1 ਵਜੇ ਉਸ ਦੀ ਸਥਾਨਕ 4 ਖੱਬਾ ਚੌਂਕ ਨਜ਼ਦੀਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਗੰਭੀਰ ਹਾਲਤ ਦੇ ਵਿੱਚ ਜਤਿੰਦਰਪਾਲ ਸਿੰਘ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕਤਲ ਕੇਸ ਨੂੰ ਥਾਣਾ ਸਿਟੀ ਪੁਲਿਸ ਵੱਲੋਂ ਜਲਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਹ ਮੇਰਾ ਛੋਟਾ ਬ੍ਰਦਰ ਆ ਤੇ ਉਹ ਰਾਤ ਕੈਨੇਡਾ ਤੋਂ ਆਇਆ, ਉਹਨੂੰ 8 ਦਿਨ ਹੋ ਗਏ ਆ ਤੇ ਰਾਤ ਉਹ ਮਤਲਬ ਕਿ ਆਪਣਾ ਇੱਥੇ ਯਾਰਾਂ ਦੋਸਤਾਂ ਦੇ ਨਾਲ ਘੁੰਮਣ ਫਿਰਨ ਆਇਆ ਸੀ ਤੇ ਉਹਦਾ ਰਾਤ ਕਿਸੇ ਨੇ ਮਰਡਰ ਕਰਤਾ ਵਾ ਤੇ ਅਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਚਾਹੀਦਾ। ਪੁਲਿਸ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਰਿਸਪੌਂਸ ਮਿਲਦਾ ਪਿਆ ਤੁਹਾਨੂੰ? ਪੁਲਿਸ ਵੱਲੋਂ ਰਿਸਪੌਂਸ ਜੀ ਅਸੀਂ ਸਵੇਰ ਦੇ ਇੱਥੇ ਆ ਕੇ ਬੈਠੇ 7 ਵਜੇ ਦੇ, ਅਜੇ ਤੱਕ ਸਾਨੂੰ ਇਹ ਨਹੀਂ ਦੱਸਿਆ ਵੀ ਕੋਈ ਪੁੱਛ ਪੜਤਾਲ ਕਿਸੇ ਤੋਂ ਕੀਤੀ ਆ, ਕੋਈ ਗੱਲ ਨਹੀਂ। ਰਾਤ ਕੋਈ 1:15 ਵਜੇ ਕਰੀਬ ਮੈਨੂੰ ਮੈਸੇਜ ਮਿਲਿਆ ਵੀ ਰਾਤ ਦਾ ਇੱਕ ਬੰਦਾ ਗੋਲੀ ਇੰਜਰੀ ਨਾਲ ਗੁਰੂ ਨਾਨਕ ਹਸਪਤਾਲ ਤਰਨਤਾਰਨ ਐਡਮਿਟ ਹੈ। ਤੇ ਮੌਕੇ 'ਤੇ ਮੈਂ ਹੀ ਪੁੱਜਾ, ਮੇਰੇ ਨਾਲ ਫਿਰ ਐਸਟੋ ਸਦਰ ਡੀਐਸਪੀ ਪੱਟੀ ਵੀ ਆ ਗਿਆ ਸੀ, ਡੀਐਸਪੀ ਹੈਡਕੁਆਟਰ ਵੀ ਆ, ਸਾਰੀ ਮੌਕੇ 'ਤੇ ਸਾਰੀ ਫੋਰਸ ਆ ਗਈ, ਐਸਟੋ ਸਰਾਲੀ ਵੀ ਆ ਗਏ। ਕਿਉਂਕਿ ਮੌਕਾ ਤਸਦੀਕ ਕੀਤਾ, ਲੜਕੇ ਦੇ ਲੈਫਟ ਸਾਈਡ ਛਾਤੀ ਦੇ ਉੱਪਰ ਖਲੋਵੇ 'ਤੇ ਫਾਇਰ ਹੋਇਆ ਹੈ। ਇਹ ਗੱਡੀ 'ਚ 4 ਜਣੇ ਸੀ, ਸਕਾਰਪੀਓ 'ਚ। ਮਰਨ ਵਾਲਾ ਦਾ ਨਾਮ ਜਤਿੰਦਰ ਸਿੰਘ ਹੈ। ਜੋ ਉਹਦੇ ਦੱਸਣ ਮੁਤਾਬਕ ਦੱਸਿਆ ਵੀ ਅਸੀਂ ਰਾਤ ਇੱਥੋਂ ਖਾ ਪੀ ਕੇ ਨਿਕਲੇ ਤੇ ਕੰਮ ਕੋਈ ਮੋਟਰਸਾਈਕਲ ਆਇਆ, ਐਗਜ਼ੈਕਟ ਲੋਕੇਸ਼ਨ ਉਹਨਾਂ ਨੂੰ ਨਹੀਂ ਪਤਾ, ਅਸੀਂ ਚੈੱਕ ਕਰਦੇ ਪਏ, ਲੱਭ ਲਾਂਗੇ ਵੀ ਆਹ ਐਕਸੀਡੈਂਟ ਹੋਇਆ। ਉਹਦੇ ਬਹੁਤ ਕਲੋਜ਼ ਤੋਂ ਗੋਲੀ ਲੱਗੀ ਹੈ। ਅਜੇ ਕੋਈ ਅਰੈਸਟ ਨਹੀਂ, ਪਰਚਾ ਉਹਦੇ ਕਰ ਦਿੱਤਾ ਤੇ ਅਸੀਂ ਸਾਡੀ ਪਾਰਟੀ ਲੱਗੀਆਂ ਹੋਈਆਂ, ਛੇਤੀ ਗੱਲ ਕਰ ਲਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਦੇਖਣ ਲਈ ਅੱਜ ਤੋਂ ਦਿੱਲੀ ਦੇ 2 ਦਿਨਾਂ ਦੇ ਦੌਰੇ ਤੇ ਨੇ। ਮੁੱਖ ਮੰਤਰੀ ਮਾਨ ਦੇ ਨਾਲ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਇਲਾਵਾ ਮੁੱਖ ਸਕੱਤਰ, ਸਿਹਤ ਸਕੱਤਰ, ਸਿੱਖਿਆ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਮਾਨ ਮੰਗਲਵਾਰ ਤੱਕ ਦਿੱਲੀ ਦੇ ਦੌਰੇ ਤੇ ਰਹਿਣਗੇ। ਦੌਰੇ ਦੌਰਾਨ ਉਹ ਦਿੱਲੀ ਦੇ ਸਰਕਾਰੀ ਸਕੂਲਾਂ, ਹਸਪਤਾਲਾਂ, ਮੁਹੱਲਾ ਕਲੀਨਿਕਾਂ ਅਤੇ ਪੋਲੀਟੈਕਨੀਕਲ ਦਾ ਦੌਰਾ ਕਰਕੇ ਉੱਥੋਂ ਦੇ ਪ੍ਰਬੰਧਾਂ ਨੂੰ ਸਮਝਣਗੇ ਅਤੇ ਪੰਜਾਬ ਦੇ ਵਿੱਚ ਲਾਗੂ ਕਰਨਗੇ। ਇਸ ਦੇ ਨਾਲ ਹੀ ਕੇਜਰੀਵਾਲ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਅਤੇ ਸਿਹਤ ਮੰਤਰੀ ਨਾਲ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਦੇ ਵਿੱਚ ਕੀਤੇ ਗਏ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ। ਦੋਵੇਂ ਸੂਬਾ ਸਰਕਾਰਾਂ ਦੇ ਇੱਕ ਦੂਜੇ ਦੇ ਚੰਗੇ ਕੰਮਾਂ ਤੋਂ ਸਿੱਖ ਕੇ ਅੱਗੇ ਵਧਣਗੀਆਂ ਅਤੇ ਲੋਕਾਂ ਲਈ ਕੰਮ ਕਰਨਗੀਆਂ। ਭਗਵੰਤ ਮਾਨ ਸਰਕਾਰ ਨੇ ਪੰਜਾਬ ਚੋਣਾਂ ਦੇ ਸਾਰੇ ਵਾਅਦੇ ਜੋ ਦਿੱਲੀ ਮਾਡਲ ਦੀ ਤਰਜ਼ ਤੇ ਕੀਤੇ ਗਏ ਸਨ, ਜਿਨ੍ਹਾਂ ਨੂੰ ਪੂਰਾ ਕਰਨ 'ਚ ਪੰਜਾਬ ਸਰਕਾਰ ਜੁਟ ਗਈ ਹੈ। ਜਾਣਕਾਰੀ ਅਨੁਸਾਰ ਭਗਵੰਤ ਮਾਨ ਸਰਕਾਰ ਸਰਕਾਰੀ ਸਕੂਲਾਂ ਦਾ ਮਾਡਲ ਲਾਗੂ ਕਰਨ ਤੇ ਵਿਚਾਰ ਕਰ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਦਿੱਲੀ ਵਿੱਚ ਮੁਹੱਲਾ ਕਲੀਨਿਕ ਕਰ ਰਿਹਾ ਹੈ ਸੀ, ਜਿਸ ਬਾਰੇ ਇਹ ਦੌਰਾ ਕੀਤਾ ਜਾ ਰਿਹਾ ਹੈ ਔਰ ਜਲਦ ਹੀ ਪੰਜਾਬ ਦੇ ਵਿੱਚ ਵੀ ਇਹਨਾਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਵਿਧਾਨ ਸਭਾ ਚੋਣਾਂ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਸ ਬੱਕਰੀ ਦੀ ਧਾਰ ਕੱਢੀ ਸੀ, ਅੱਜ ਉਹ ਫਿਰ ਚਰਚਾ ਦੇ ਵਿੱਚ ਹੈ। ਦੱਸ ਦਈਏ ਕਿ ਚੰਨੀ ਨੇ ਅਚਨਚੇਤ ਆਪਣਾ ਕਾਫਲਾ ਇੱਕ ਬੱਕਰੀਆਂ ਦੇ ਝੁੰਡ ਕੋਲ ਰੋਕਿਆ ਸੀ ਤੇ ਆਜੜੀ ਨੂੰ ਇੱਕ ਬੱਕਰੀ ਦੀ ਧਾਰ ਕੱਢਣ ਲਈ ਆਖਿਆ ਸੀ। ਚੰਨੀ ਨੇ ਬੱਕਰੀ ਚੋਈ ਤੇ ਬੱਕਰੀਆਂ ਦੇ ਮਾਲਕ ਪਾਲਾ ਖਾਨ ਨੂੰ 4000 ਰੁਪਏ ਦਾ ਸ਼ਗਨ ਵੀ ਦਿੱਤਾ ਸੀ। ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ। ਅੱਜਕੱਲ ਇਹ ਚੰਨੀ ਵਾਲੀ ਬੱਕਰੀ ਨਾਮ ਨਾਲ ਮਸ਼ਹੂਰ ਹੈ। ਬੱਕਰੀ ਦੇ ਮਾਲਕ ਪਾਲਾ ਖਾਨ ਅਨੁਸਾਰ ਚਮਕੌਰ ਸਾਹਿਬ ਤੋਂ ਆਏ ਲੋਕ ਬੱਕਰੀ ਖਰੀਦ ਕੇ ਲੈ ਗਏ ਹਨ। ਉਹਨਾਂ ਨੇ 21000 ਰੁਪਏ ਦੀ ਇਹ ਬੱਕਰੀ ਵੇਚੀ ਹੈ। ਉਹਨਾਂ ਦੱਸਿਆ ਕਿ ਬੱਕਰੀ ਨੂੰ ਨਵੇਂ ਪੱਟੇ ਚਾਂਜਰਾਂ ਨਾਲ ਸਜਾ ਕੇ ਵੇਚਿਆ ਗਿਆ ਹੈ। ਉੱਥੇ ਪਾਲਾ ਖਾਨ ਨੇ ਕਿਹਾ ਕਿ ਉਹ ਉਸਦੇ ਅੰਦਾਜ਼ੇ ਅਨੁਸਾਰ ਇਹ ਬੱਕਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੀ ਖਰੀਦੀ ਹੈ। ਉਹਨਾਂ ਦੱਸਿਆ ਕਿ ਕੱਲ ਸਵੇਰ ਸਮੇਂ ਚਮਕੌਰ ਸਾਹਿਬ ਤੋਂ ਕੁਝ ਲੋਕ ਉਸਦੇ ਘਰ ਬੱਕਰੀ ਖਰੀਦਣ ਪਹੁੰਚੇ ਸਨ, ਜਿਨ੍ਹਾਂ ਨੇ ਦੱਸਿਆ ਕਿ ਉਹ ਬੱਕਰੀ ਦਾ ਮੁਫਤ ਦੁੱਧ ਲੋਕਾਂ ਨੂੰ ਸੇਵਾ ਦੇ ਤੌਰ ਤੇ ਦੇਣਾ ਚਾਹੁੰਦੇ ਨੇ, ਜਿਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਬੱਕਰੀ ਵੇਚਣ ਦਾ ਫੈਸਲਾ ਕਰ ਲਿਆ। ਉਹਨਾਂ ਦੱਸਿਆ ਕਿ ਬੱਕਰੀ ਨੂੰ ਵੇਚਣ ਲਈ ਉਸਨੇ ਬੱਕਰੀ ਨੂੰ ਪਟਾ ਤੇ ਝਾਂਜਰਾਂ ਦੇ ਨਾਲ ਸਜਾ ਕੇ ਵੇਚਿਆ ਹੈ। ਇਹ ਆਪਣਾ ਚਰਨਜੀਤ ਸਿੰਘ ਚੰਨੀ ਆਏ ਸੀਗੇ ਜੀ ਮੁੱਖ ਮੰਤਰੀ, ਤੇ ਅਸੀਂ ਬੱਕਰੀਆਂ ਲਈ ਖੜੇ ਸੀਗੇ ਰੋਡ ਤੇ ਆਪਣਾ ਸੂਏ ਤੇ ਉਹ ਜਾਂਦੇ ਸੀਗੇ ਤਵੇ ਵੱਲ ਨੂੰ, ਉਹਨਾਂ ਨੇ ਰੋਕ ਲਿਆ ਸਾਡੇ ਕੋਲ ਗੱਡੀਆਂ ਤੇ ਉਹ ਕਹਿੰਦੇ ਵੀ ਬੱਕਰੀ, ਪਹਿਲਾਂ ਤਾਂ ਰੇਟ ਰੂਟ ਪੁੱਛਣ ਲੱਗ ਗਏ ਤੇ ਫਿਰ ਕਹਿੰਦੇ ਵੀ ਬੱਕਰੀ ਚੋਣੀ ਅਸੀਂ ਕਹੀ ਚੋਲੋ ਕੋਈ ਗੱਲ ਨਹੀਂ, ਤੇ ਬੱਕਰੀ ਚੋਈ ਉਹਨਾਂ ਨੇ। ਕਿਉਂਕਿ ਉਦੋਂ ਬਾਅਦ ਬਸ ਵੀਡੀਓ ਪੈਣ ਲੱਗ ਗਈਆਂ ਜੀ, ਕਿਤੇ ਪੱਤਰਕਾਰ ਆ ਜਾਂਦੇ ਸੀ ਕਿਤੇ ਕਿੰਨੇ। ਫਿਰ ਉਹ ਵੋਟਾਂ ਦਾ ਕਰਕੇ ਬੈਨਰ ਲੱਗੇ ਸੀਗੇ, ਉਹਨਾਂ ਦੀ ਫੋਟੋ ਲੱਗੀ ਸੀਗੀ, ਹੁਣ ਤਾਂ ਅਸੀਂ ਕਿੱਥੋਂ ਜਾਣਦੇ ਸੀਗੇ ਕੀ ਸੀ ਸਾਰਾ ਮਾਹੌਲ ਦਾ ਜੀ। ਸਾਨੂੰ ਤਾਂ ਸਾਡਾ ਤਾਂ ਬੰਦਾ ਮੇਰੇ ਨਾਲ ਦਾ ਤਾਂ ਡਰ ਹੀ ਗਿਆ ਸੀਗਾ ਵੀ ਇੰਨੀਆਂ ਗੱਡੀਆਂ ਖੜ ਗਈਆਂ, ਵੀ ਇਹ ਕੀ ਗੱਲ ਹੋ ਗਈ। ਤੇ ਮੈਨੂੰ ਪਤਾ ਲੱਗ ਗਿਆ, ਫਰੀਕ ਵੀ ਸੀਗਾ ਉਹਨਾਂ ਨਾਲ, ਮੈਨੂੰ ਪਤਾ ਲੱਗ ਗਿਆ ਵੀ ਚੰਨੀ ਸਾਹਿਬ ਆ ਗਏ। ਚੱਲ ਜਦੋਂ ਆ ਗਏ ਉਹ ਕਹਿੰਦੇ ਵੀ ਕਿੰਨੀਆਂ ਬੱਕਰੀਆਂ ਦੇ, 40 ਕੁ ਬੱਕਰੀਆਂ, ਕਹਿੰਦੇ ਵੀ ਫੋਟੋਆਂ ਕਰਨੀਆਂ। ਮੈਂ ਕਿਹਾ ਜੀ ਵੀਡੀਓ ਬਣਾ ਲਓ।
ਫਿਰ ਵੀਡੀਓ ਬਣਾਉਣ ਲੱਗ ਗਏ, ਕਹਿੰਦੇ ਬੱਕਰੀ ਚੋਣੀ ਆ। ਮੈਂ ਕਿਹਾ ਜੀ ਬੱਕਰੀ ਵੀ ਚੋ ਲਓ। ਫਿਰ ਉਹਨਾਂ ਨੇ ਬੋਤਲ 'ਚ ਬੱਕਰੀ ਚੋਲੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਹੋਣ ਉਪਰੰਤ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਆਪਣੇ ਹਲਕਾ ਗਿੱਦੜਬਾਹਾ ਵਿਖੇ ਪਹੁੰਚੇ। ਇਸ ਮੌਕੇ ਉਹ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਅਤੇ ਵਰਕਰਾਂ ਨੂੰ ਮਿਲੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਬਲਾਕ ਪ੍ਰਧਾਨ ਤੋਂ ਲੈ ਹੁਣ ਤੱਕ ਉਹਨਾਂ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਹੈ ਅਤੇ ਹੁਣ ਆਪਣੀ ਇਹ ਜ਼ਿੰਮੇਵਾਰੀ ਵੀ ਤਨਦੇਹੀ ਦੇ ਨਾਲ ਨਿਭਾਉਣਗੇ। ਉਹਨਾਂ ਕਾਂਗਰਸ ਦੀ ਹਾਰ ਸੰਬੰਧੀ ਕਿਹਾ ਕਿ ਹਾਰ ਦਾ ਕੋਈ ਇੱਕ ਕਾਰਨ ਨਹੀਂ, ਸਗੋਂ ਕਈ ਕਾਰਨ ਹਨ ਅਤੇ ਇਸ ਸੰਬੰਧੀ ਮੰਥਨ ਵੀ ਕੀਤਾ ਜਾਵੇਗਾ। ਕਿਸਾਨ ਖੁਦਕੁਸ਼ੀਆਂ ਤੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕਰਨਾ ਚਾਹੀਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਹਰ ਛੋਟੀ ਪ੍ਰਧਾਨਗੀ ਲਈ ਆਪ ਵਰਕਰਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸੇ ਬਦਲਾਅ ਦੀ ਗੱਲ ਕੀਤੀ ਜਾ ਰਹੀ ਸੀ, ਇਹ ਬਦਲਾਅ ਹੈ। ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸੁੱਚਾ ਸਿੰਘ ਨਗਰ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀਗੀ। ਇਸ ਦੌਰਾਨ ਪੁਲਿਸ ਵੱਲੋਂ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਵਾਸੀ ਕੋਟਲੀ ਕਲਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਪਾਸੋਂ 70 ਗ੍ਰਾਮ ਹੈਰੋਇਨ ਅਤੇ 4,10,000 ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਔਰ ਬਠਿੰਡਾ ਪੁਲਿਸ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਐਕਟਿਵ ਨਜ਼ਰ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਸ਼ਕਲ ਵਿੱਚ ਫਸੇ ਕਿਸਾਨਾਂ ਨੂੰ ਰਾਹਤ ਦੇਣ ਲਈ ਹੱਥ ਵਧਾਏ ਜਾਣ। ਉਹਨਾਂ ਕਿਹਾ ਕਿ ਇਹ ਗੰਭੀਰ ਚਿੰਤਾ ਦੀ ਗੱਲ ਹੈ ਕਿ ਕਣਕ ਦੀ ਫਸਲ ਦਾ ਪ੍ਰਤੀ ਏਕੜ ਘੱਟ ਉਤਪਾਦਨ ਹੋਣ ਅਤੇ ਕਰਜ਼ੇ ਦਾ ਬੋਝ ਵਧਣ ਕਰਕੇ ਪਿਛਲੇ 3 ਹਫ਼ਤੇ ਦੌਰਾਨ ਹੀ 14 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ। ਰਾਜੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪਿਛਲੇ 3 ਹਫ਼ਤੇ ਦੌਰਾਨ ਖੁਦਕੁਸ਼ੀਆਂ ਜਿਹਾ ਕਦਮ ਚੁੱਕਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਦੇ ਤੌਰ ਤੇ 1-1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਜਾਵੇ, ਜਿਵੇਂ ਕਿ ਹਾਲ ਦੇ ਵਿੱਚ ਉਹਨਾਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਲਈ ਕੀਤਾ ਹੈ, ਕਿਉਂਕਿ ਕਿਸਾਨ ਵੀ ਆਪਣੀ ਉਪਜ ਨਾਲ ਦੇਸ਼ ਦੇ ਲੱਖਾਂ ਲੋਕਾਂ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ। ਰਾਜੇਵਾਲ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਣਕ ਦੀ ਫਸਲ ਦਾ ਘੱਟ ਉਤਪਾਦਨ ਹੋਣ ਕਾਰਨ ਪੀੜਤ ਕਿਸਾਨਾਂ ਨੂੰ 12,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕਰਨ, ਕਿਉਂਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਮੌਸਮ ਦੀ ਮਾਰ ਕਾਰਨ ਹੀ ਕਣਕ ਦਾ ਪ੍ਰਤੀ ਏਕੜ ਉਤਪਾਦਨ ਘਟ ਗਿਆ ਹੈ। ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੱਖਿਆ ਸਕੱਤਰ ਲੋਇਡ ਆਸਟਨ ਨੇ ਦੌਰੇ ਤੋਂ ਬਾਅਦ ਅਮਰੀਕਾ ਨੇ ਯੂਕਰੇਨ ਲਈ ਨਵੀਂ ਫੌਜੀ ਸਹਾਇਤਾ ਅਤੇ ਕੂਟਨੀਤਿਕ ਸਮਰਥਨ ਦਾ ਐਲਾਨ ਕੀਤਾ ਹੈ। ਬਲਿੰਕਨ ਅਤੇ ਆਸਟਨ ਕੀਵ ਦੀ ਯਾਤਰਾ ਤੇ ਗਏ ਸਨ, ਜਿਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਰੂਸ ਦੇ ਯੂਕਰੇਨ ਤੇ ਹਮਲੇ ਤੋਂ ਬਾਅਦ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਾ ਯੁੱਧਗ੍ਰਸਤ ਦੇਸ਼ ਦਾ ਇਹ ਪਹਿਲਾ ਦੌਰਾ ਹੈ। ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਉਹਨਾਂ ਦੇ ਸਲਾਹਕਾਰਾਂ ਨੂੰ ਦੱਸਿਆ ਕਿ ਅਮਰੀਕਾ $30 ਕਰੋੜ ਤੋਂ ਵੱਧ ਵਿਦੇਸ਼ੀ ਫੌਜੀ ਫੰਡਿੰਗ ਪ੍ਰਦਾਨ ਕਰੇਗਾ ਅਤੇ $16.5 ਕਰੋੜ ਦੇ ਗੋਲਾ ਬਾਰੂਦ ਦੀ ਵਿਕਰੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਜਲਦ ਹੀ ਯੂਕਰੇਨ ਦੇ ਰਾਜਦੂਤ ਲਈ ਆਪਣੇ ਉਮੀਦਵਾਰ ਦਾ ਐਲਾਨ ਕਰਨਗੇ ਅਤੇ ਯੁੱਧ ਤੋਂ ਪਹਿਲਾਂ ਯੂਕਰੇਨ ਛੱਡਣ ਵਾਲੇ ਅਮਰੀਕੀ ਡਿਪਲੋਮੈਟਸ ਆਉਣ ਵਾਲੇ ਹਫ਼ਤੇ ਦੇ ਵਿੱਚ ਦੇਸ਼ ਪਰਤਣਾ ਸ਼ੁਰੂ ਕਰ ਦੇਣਗੇ। ਕੀਵ ਵਿੱਚ ਅਮਰੀਕੀ ਦੂਤਘਰ ਫਿਲਹਾਲ ਬੰਦ ਰਹੇਗਾ। ਜ਼ੇਲੈਂਸਕੀ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਐਤਵਾਰ ਨੂੰ ਕੀਵ ਵਿੱਚ ਅਮਰੀਕੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ, ਪਰ ਬਾਈਡਨ ਪ੍ਰਸ਼ਾਸਨ ਦੁਆਰਾ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਸੰਭਾਵਿਤ ਮੁਲਾਕਾਤ ਦੇ ਵੇਰਵਿਆਂ ਤੇ ਚਰਚਾ ਕਰਨ ਤੋਂ ਉਹ ਇਨਕਾਰ ਕਰ ਦਿੱਤਾ। ਹਾਲਾਂਕਿ ਯਾਤਰਾ ਦੀਆਂ ਤਿਆਰੀਆਂ 1 ਹਫ਼ਤੇ ਤੋਂ ਵੱਧ ਸਮੇਂ ਤੋਂ ਚੱਲ ਰਹੀਆਂ ਸਨ। ਆਸਟਿਨ ਅਤੇ ਬਲਿੰਕਨ ਨਾਲ ਪੋਲੈਂਡ ਦੀ ਯਾਤਰਾ ਕਰਨ ਵਾਲੇ ਪੱਤਰਕਾਰਾਂ ਨੂੰ ਯਾਤਰਾ ਦੇ ਅੰਤ ਤੱਕ ਇਸ ਮਾਮਲੇ ਤੇ ਰਿਪੋਰਟ ਕਰਨ ਤੋਂ ਮਨਾ ਕੀਤਾ ਗਿਆ ਸੀ। ਇਹ ਪੱਤਰਕਾਰ ਦੋਵਾਂ ਮੰਤਰੀਆਂ ਨਾਲ ਯੂਕਰੇਨ ਵੀ ਨਹੀਂ ਗਏ। ਵਫਦ ਦੇ ਵਾਪਸ ਆਉਣ ਤੱਕ ਦੱਖਣੀ ਪੂਰਬੀ ਪੋਲੈਂਡ ਦੇ ਵਿੱਚ ਰਹੇ। ਇਸ ਦੇ ਲਈ ਵਿਦੇਸ਼ ਮੰਤਰਾਲੇ ਅਤੇ ਪੈਂਟਾਗਨ ਦੇ ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ। ਆਸਟਿਨ ਅਤੇ ਬਲਿੰਕਨ ਨੇ ਯੂਕਰੇਨ ਅਤੇ 15 ਸਹਿਯੋਗੀ ਅਤੇ ਭਾਈਵਾਲੀ ਦੇਸ਼ਾਂ ਦੇ ਲਈ ਕੁੱਲ $71.13 ਕਰੋੜ ਵਿਦੇਸ਼ੀ ਫੌਜੀ ਫੰਡਿੰਗ ਦਾ ਐਲਾਨ ਕੀਤਾ। ਇਸ ਵਿੱਚੋਂ ਲਗਭਗ $32.2 ਕਰੋੜ ਯੂਕਰੇਨ ਲਈ ਰੱਖੇ ਗਏ ਨੇ। ਮੀਟਿੰਗ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਹਥਿਆਰ ਅਤੇ ਸੁਰੱਖਿਆ ਦੋਵਾਂ ਦੀ ਗਰੰਟੀ ਦੇਵੇਗਾ। ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਸਾਡੇ ਕੋਲ ਖਾਲੀ ਹੱਥ ਨਹੀਂ ਆ ਸਕਦੇ ਅਤੇ ਅਸੀਂ ਕਿਸੇ ਮਾਮੂਲੀ ਤੋਹਫੇ ਦੀ ਉਮੀਦ ਨਹੀਂ ਕਰ ਰਹੇ। ਸਾਨੂੰ ਕੁਝ ਚੀਜ਼ਾਂ ਅਤੇ ਕੁਝ ਹਥਿਆਰਾਂ ਦੀ ਜ਼ਰੂਰਤ ਹੈ। ਸੁਪਰੀਮ ਕੋਰਟ ਵੱਲੋਂ ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੇ ਜਾਣ ਅਤੇ ਉਸ ਤੋਂ ਬਾਅਦ ਆਤਮ ਸਮਰਪਣ ਕਰਨ ਤੇ
ਹਿੰਸਾ 'ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੇ ਖੁਸ਼ੀ ਜਤਾਈ ਹੈ। ਸੁਪਰੀਮ ਕੋਰਟ ਤੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੇ ਐਤਵਾਰ ਨੂੰ ਲਖੀਮਪੁਰ 'ਚ ਮੁੱਖ ਨਿਆਇਕ ਮੈਜਿਸਟ੍ਰੇਟ ਚਿੰਤਾਰਾਮ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਹਿੰਸਾ 'ਚ ਮਾਰੇ ਗਏ ਬਹਿਰਾਜ ਦੇ ਰਹਿਣ ਵਾਲੇ ਕਿਸਾਨ ਗੁਰਵਿੰਦਰ ਸਿੰਘ ਗਿਆਨੀ ਜੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਦਾ ਹੁਕਮ ਸੁਣ ਕੇ ਲੱਗਾ ਕਿ ਦੇਸ਼ ਕਾਨੂੰਨ ਦਾ ਰਾਜ ਹੈ, ਅਰਾਜਕਤਾ ਦਾ ਨਹੀਂ। ਕਿਸਾਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਰੱਦ ਹੋਣ ਨਾਲ ਸਾਡਾ ਪਰਮਾਤਮਾ ਅਤੇ ਨਿਆਂਪਾਲਿਕਾ 'ਚ ਭਰੋਸਾ ਵਧਿਆ। ਸੁਖਵਿੰਦਰ ਦੇ ਵੱਡੇ ਭਰਾ ਸੁਖਦੇਵ ਸਿੰਘ ਨੇ ਕਿਹਾ ਕਿ ਮੁੱਖ ਦੋਸ਼ੀ ਹੋਣ ਦੇ ਬਾਵਜੂਦ ਮੰਤਰੀ ਦੇ ਪੁੱਤਰ ਦਾ ਰਿਹਾ ਹੋ ਕੇ ਘੁੰਮਣਾ ਕਿਸਾਨਾਂ ਦੇ ਮੂੰਹ ਤੇ ਥੱਪੜ ਸੀ। ਅਦਾਲਤ ਦੇ ਇਸ ਫੈਸਲੇ ਤੋਂ ਅਸੀਂ ਖੁਸ਼ ਹਾਂ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 18 ਅਪ੍ਰੈਲ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰ ਦਿੱਤਾ ਸੀ ਅਤੇ 1 ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦੇ ਲਈ ਕਿਹਾ ਸੀ। ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੋਨੀਆ 'ਚ ਹੋਈ ਹਿੰਸਾ 'ਚ 4 ਕਿਸਾਨਾਂ ਅਤੇ 1 ਪੱਤਰਕਾਰ ਸਮੇਤ ਕੁੱਲ 8 ਲੋਕ ਮਾਰੇ ਗਏ ਸਨ। ਇਹ ਹਿੰਸਾ ਉਸ ਸਮੇਂ ਹੋਈ ਸੀ ਜਦੋਂ ਕਿਸਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਖੇਤਰ 'ਚ ਦੌਰੇ ਦਾ ਵਿਰੋਧ ਕਰ ਰਹੇ ਸਨ। ਉੱਤਰ ਪ੍ਰਦੇਸ਼ ਪੁਲਿਸ ਦੀ FIR ਮੁਤਾਬਕ ਇੱਕ ਵਾਹਨ ਜਿਸ 'ਚ ਆਸ਼ੀਸ਼ ਮਿਸ਼ਰਾ ਬੈਠੇ ਹੋਏ ਸਨ ਨੇ 4 ਕਿਸਾਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਡਰਾਈਵਰ ਅਤੇ 2 ਭਾਜਪਾ ਵਰਕਰਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਹੋਈ ਹਿੰਸਾ 'ਚ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ। ਇਸ ਘਟਨਾ ਨੇ ਕੇਂਦਰ ਤੇ ਹੁਣ ਰੱਦ ਕੀਤੇ ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਵਿਰੋਧੀ ਪਾਰਟੀਆਂ ਤੇ ਕਿਸਾਨ ਸਮੂਹਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਸੀ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਨੂੰ ਦਿਓ ਆ ਗਿਆ। ਧੰਨਵਾਦ।